ਵਿਦਿਆਰਥੀਓ ਸਤਿ ਸ੍ਰੀ ਅਕਾਲ। ਲਾਲਾ ਧਨੀ ਰਾਮ ਚਾਤ੍ਰਿਕ ਜੀ ਦੇ ਜੀਵਨ ਤੋਂ ਬਾਅਦ ਆਓ ਉਹਨਾਂ ਦੁਆਰਾ ਰਚੀ ਹੋਈ ਕਵਿਤਾ ਵਿਸਾਖੀ ਦਾ ਮੇਲਾ, ਜੋ ਕਿ ਉਹਨਾਂ ਵੱਲੋਂ ਲਿਖੀ ਹੋਈ ਬਹੁਤ ਹੀ ਪ੍ਰਸਿੱਧ ਰਚਨਾ ਹੈ, ਉਸ ਬਾਰੇ ਵਿਆਖਿਆ ਕਰੀਏ। ਵਿਸਾਖੀ ਦਾ ਮੇਲਾ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਤੋਂ ਪਹਿਲਾਂ ਇਸ ਦੇ ਮਾਈਂਡ ਮੈਪ ਨੂੰ ਜੇ ਸਮਝ ਲਿਆ ਜਾਵੇ ਤਾਂ ਇਹ ਕਵਿਤਾ ਸਮਝਣੀ ਸੌਖੀ ਹੋ ਜਾਵੇਗੀ। ਇਸ ਕਵਿਤਾ ਵਿੱਚ ਕਵੀ ਨੇ ਪਹਿਲਾਂ ਕੁਦਰਤੀ ਤਬਦੀਲੀ ਦਾ ਵਰਣਨ ਕੀਤਾ ਹੈ। ਕੁਦਰਤੀ ਤਬਦੀਲੀ ਭਾਵ ਕਣਕ ਪੱਕ ਜਾਂਦੀ ਹੈ, ਲੁਕਾਟ ਰਸ ਨਾਲ ਭਰ ਜਾਂਦਾ ਹੈ, ਅੰਬਾਂ ਨੂੰ ਬੂਰ ਪੈ ਜਾਂਦਾ ਹੈ, ਫਲਾਂ ਅਤੇ ਫੁੱਲਾਂ ਦੇ ਨਾਲ ਬਾਗ ਭਰ ਜਾਂਦੇ ਹਨ। ਅਤੇ ਫਿਰ ਉਹਨਾਂ ਨੇ ਮੇਲੇ ਦਾ ਦ੍ਰਿਸ਼ ਵਰਣਨ ਕੀਤਾ ਹੈ ਕਿ ਮੇਲੇ ਵਿੱਚ ਦੂਰ ਦੂਰ ਤੋਂ ਵਪਾਰੀ ਲੋਕ ਸਮਾਨ ਵੇਚਣ ਲਈ, ਜਿਵੇਂ ਕੂੰਜਾਂ, ਫੀਤੇ, ਗਜਰੇ, ਵੰਗਾਂ ਆਦਿ ਵੇਚਣ ਦੇ ਲਈ ਆਉਂਦੇ ਹਨ। ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਵੱਖੋ ਵੱਖਰੀਆਂ ਮਠਿਆਈਆਂ ਦੇ ਨਾਲ ਭਰੀਆਂ ਹੁੰਦੀਆਂ ਹਨ ਅਤੇ ਖਰੀਦਣ ਵਾਲੇ ਕਤਾਰ ਵਿੱਚ ਖੜੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਅਤੇ ਇਸ ਮੇਲੇ ਵਿੱਚ ਬੱਚਿਆਂ ਲਈ ਪੰਘੂੜੇ ਲੱਗੇ ਹੁੰਦੇ ਹਨ। ਜੋਗੀ ਅਤੇ ਮਦਾਰੀ ਤਮਾਸ਼ੇ ਵੀ ਖਾ ਰਹੇ ਹੁੰਦੇ ਹਨ ਅਤੇ ਲੋਕਾਂ ਦਾ ਮਨ ਪਰਚਾਵਾ ਕਰਦੇ ਹਨ। ਮੇਲੇ ਵਿੱਚ ਬਹੁਤ ਭੀੜ ਹੁੰਦੀ ਹੈ ਅਤੇ ਇਹ ਮੇਲਾ ਦੂਰ ਤੱਕ ਫੈਲਿਆ ਹੁੰਦਾ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਬੱਚੇ, ਬੁੱਢੇ ਅਤੇ ਨੌਜਵਾਨ ਭਾਵ ਹਰ ਵਰਗ ਦੇ ਲੋਕ ਇਸ ਮੇਲੇ ਨੂੰ ਦੇਖਣ ਲਈ ਆਏ ਹਨ। ਕਿਸਾਨ ਫਸਲ ਵੇਚਣ ਦੀ ਖੁਸ਼ੀ ਵਿੱਚ ਬਹੁਤ ਖੁਸ਼ ਹਨ ਅਤੇ ਹਰ ਕੋਈ ਇਸ ਮੇਲੇ ਵਿੱਚੋਂ ਆਪਣੀ ਪਸੰਦ ਦੀ ਕੋਈ ਨਾ ਕੋਈ ਚੀਜ਼ ਖਰੀਦ ਕੇ ਜਾਂਦਾ ਹੈ। ਸੋ ਆਓ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰੀਏ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪ੍ਰਸੰਗ ਲਿਖਣ ਦੇ ਲਈ ਸਾਨੂੰ ਕਵੀ ਦਾ ਨਾਮ, ਕਵਿਤਾ ਦਾ ਨਾਮ ਅਤੇ ਪੁਸਤਕ ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਆਓ ਇਸ ਦੀ ਵਿਆਖਿਆ ਕਰੀਏ। ਪੱਕ ਗਈਆਂ ਕਣਕਾਂ ਲੁਕਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ। ਪੁੰਗਰੀਆਂ ਵੇਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਮੈਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੀਆਂ ਕਾਪੀਆਂ ਤੇ ਇਹਨਾਂ ਔਖੇ ਸ਼ਬਦਾਂ ਦੇ ਅਰਥ ਲਿਖ ਲੈਣੇ ਹਨ। ਸਭ ਤੋਂ ਪਹਿਲਾ ਸ਼ਬਦ ਹੈ ਲੁਕਾਟ। ਲੁਕਾਟ ਇੱਕ ਫਲ ਹੈ ਜੋ ਪੱਕ ਕੇ ਪੀਲੇ ਰੰਗ ਦਾ ਹੁੰਦਾ ਹੈ ਅਤੇ ਸਵਾਦ ਵਜੋਂ ਖੱਟਾ ਮਿੱਠਾ ਹੁੰਦਾ ਹੈ। ਗੁਲਾਬ ਹੱਸਿਆ ਦਾ ਭਾਵ ਗੁਲਾਬ ਖਿੜ ਪਿਆ ਹੈ। ਲਿਫਾਈਆਂ ਦਾ ਅਰਥ ਹੈ ਝੁਕਾਈਆਂ। ਪੁੰਗਰੀਆਂ ਦਾ ਅਰਥ ਹੈ ਫੁੱਟ ਗਈਆਂ ਭਾਵ ਨਵੇਂ ਪੱਤੇ ਆ ਗਏ। ਰੁੱਖੀ ਦਾ ਭਾਵ ਹੈ ਰੁੱਖਾਂ ਉੱਤੇ। ਨਿਗਾਹ ਦਾ ਭਾਵ ਹੈ ਨਜ਼ਰ। ਸਵੱਲੀ ਦਾ ਭਾਵ ਹੈ ਮਿਹਰ ਵਾਲੀ। ਕਿਸ ਦੀ ਨਿਗਾਹ? ਸਾਈਂ ਦੀ ਨਿਗਾਹ। ਸਾਈਂ ਦਾ ਭਾਵ ਹੈ ਪਰਮਾਤਮਾ। ਸੋ ਆਓ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਸਮਝੀਏ। ਸਭ ਤੋਂ ਪਹਿਲਾਂ ਪ੍ਰਸੰਗ ਲਿਖਣ ਦੇ ਲਈ ਸਾਨੂੰ ਕਵੀ ਦਾ ਨਾਮ, ਕਵਿਤਾ ਦਾ ਨਾਮ ਅਤੇ ਪੁਸਤਕ ਦਾ ਨਾਮ ਲਿਖਣਾ ਪਵੇਗਾ। ਸੋ ਅਸੀਂ ਇਸ ਤਰ੍ਹਾਂ ਲਿਖਾਂਗੇ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵਿ ਯਾਤਰਾ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਹੋਈ ਕਵਿਤਾ ਵਿਸਾਖੀ ਦਾ ਮੇਲਾ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਨੇ ਪੰਜਾਬ ਦੇ ਵਿਸਾਖੀ ਦੇ ਮੇਲੇ ਦਾ ਬਹੁਤ ਹੀ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤਾ ਹੈ। ਉਹਨਾਂ ਨੇ ਇਹਨਾਂ ਸਤਰਾਂ ਵਿੱਚ ਵਿਸਾਖ ਦੇ ਮਹੀਨੇ ਵਿੱਚ ਕੁਦਰਤ ਅਤੇ ਬਨਸਪਤੀ ਬਾਰੇ ਸਾਰਾ ਕੁਝ ਦੱਸਿਆ ਹੈ। ਕਵੀ ਨੇ ਅਜਿਹੇ ਸਮੇਂ ਵਾਪਰੀਆਂ ਤਬਦੀਲੀਆਂ ਨੂੰ ਮਨੁੱਖੀ ਮਨ ਦੇ ਖੇੜੇ ਨਾਲ ਜੋੜ ਕੇ ਬਿਆਨ ਕੀਤਾ ਹੈ ਅਤੇ ਇਹਨਾਂ ਸਤਰਾਂ ਵਿੱਚ ਉਹਨਾਂ ਨੇ ਸਿਰਫ ਕੁਦਰਤ ਦਾ ਵਰਣਨ ਕੀਤਾ ਹੈ। ਸੋ ਆਓ ਇਸ ਦੀ ਵਿਆਖਿਆ ਕਰੀਏ। ਪੱਕ ਗਈਆਂ ਕਣਕਾਂ ਲੁਕਾਟ ਰਸਿਆ। ਕੁਦਰਤੀ ਵਾਤਾਵਰਣ ਨੂੰ ਬਿਆਨ ਕਰਦਾ ਹੋਇਆ ਕਵੀ ਲਿਖਦਾ ਹੈ ਕਿ ਵਿਸਾਖ ਦੇ ਮਹੀਨੇ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਲੁਕਾਟ ਵਿੱਚ ਰਸ ਪੈ ਜਾਂਦਾ ਹੈ। ਬੂਰ ਪਿਆ ਅੰਬਾਂ ਨੂੰ, ਅੰਬਾਂ ਦੇ ਬੂਟਿਆਂ ਉੱਤੇ ਬੂਰ ਪੈ ਜਾਂਦਾ ਹੈ ਭਾਵ ਇਹਦਾ ਕੀ ਭਾਵ ਹੈ? ਅੰਬਾਂ ਦੇ ਬੂਟਿਆਂ ਵਿੱਚ ਮਿਠਾਸ ਜਿਹੜੀ ਹੈ ਉਹ ਆ ਜਾਂਦੀ ਹੈ। ਉਹ ਕਿਸ ਤਰ੍ਹਾਂ ਪਤਾ ਲੱਗਦੀ ਹੈ? ਜਦੋਂ ਅੰਬ ਦੇ ਰੁੱਖ ਤੇ ਕੋਇਲ ਆ ਕੇ ਕੂਕਦੀ ਹੈ ਤਾਂ ਉੱਥੇ ਪਤਾ ਲੱਗ ਜਾਂਦਾ ਹੈ ਕਿ ਅੰਬ ਦੇ ਬੂਟੇ ਵਿੱਚ ਰਸ ਆ ਗਿਆ ਹੈ, ਮਿਠਾਸ ਆ ਗਈ ਹੈ। ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ, ਲੁਕਾਟ ਵਿੱਚ ਰਸ ਆ ਗਿਆ ਹੈ ਅਤੇ ਅੰਬ ਜਿਹੜਾ ਉਸਨੂੰ ਬੂਰ ਪੈ ਗਿਆ ਹੈ। ਗੁਲਾਬ ਹੱਸ ਗਿਆ ਹੈ ਭਾਵ ਬਾਗ ਵਿੱਚ ਗੁਲਾਬ ਦੇ ਫੁੱਲ
ਟਹਿਕ ਰਹੇ ਹਨ, ਮਹਿਕ ਰਹੇ ਹਨ ਅਤੇ ਭਾਵ ਖਿੜ ਰਹੇ ਹਨ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ। ਬਹਾਰ ਦੇ ਮੌਸਮ ਨੇ ਬਾਗਾਂ ਵਿੱਚ ਖੇੜਾ ਲੈ ਆਂਦਾ ਹੈ, ਬਾਗਾਂ ਦਾ ਵੀ ਰੰਗ ਬਦਲ ਦਿੱਤਾ ਹੈ ਅਤੇ ਬੂਟਿਆਂ ਅਤੇ ਪੌਦਿਆਂ ਉੱਤੇ ਵੀ ਖੁਸ਼ਹਾਲੀ ਨਜ਼ਰ ਆ ਰਹੀ ਹੈ। ਬੇਰੀਆਂ ਨੂੰ ਬੇਰ ਖੂਬ ਲੱਗੇ ਹੋਏ ਹਨ ਅਤੇ ਜਿਸ ਕਰਕੇ ਟਾਹਣੀਆਂ ਝੁਕ ਗਈਆਂ ਹਨ, ਬੇਰੀਆਂ ਦੇ ਦਰਖਤ ਝੁਕੇ ਹੋਏ ਹਨ। ਪੁੰਗਰੀਆਂ ਵੇਲਾਂ, ਵੇਲਾਂ ਰੁੱਖੀ ਚੜੀਆਂ। ਇਸੇ ਤਰ੍ਹਾਂ ਵੇਲਾਂ ਨੂੰ ਕੋਂਪਲਾਂ ਭਾਵ ਨਵੇਂ ਪੱਤੇ ਅਤੇ ਨਵੇਂ ਫੁੱਲ ਫੁੱਟ ਗਏ ਹਨ। ਫਿਰ ਉਸ ਤੋਂ ਬਾਅਦ ਵੇਲਾਂ ਰੁੱਖੀ ਚੜੀਆਂ ਤੇ ਉਹ ਵੇਲਾਂ ਇੰਨੀਆਂ ਲੰਮੀਆਂ ਉਹ ਉੱਪਰ ਨੂੰ ਚੜ ਗਈਆਂ ਹਨ, ਰੁੱਖ ਨੂੰ ਚੜ ਗਈਆਂ ਹਨ। ਜਿਹੜੀਆਂ ਵੇਲਾਂ ਜ਼ਿਆਦਾ ਲੰਮੀਆਂ ਹਨ ਉਹ ਬਿਰਛ ਉੱਤੇ ਚੜ ਗਈਆਂ ਹਨ। ਇਸ ਤਰ੍ਹਾਂ ਫਲਦਾਰ ਬੂਟਿਆਂ ਅਤੇ ਵੇਲਾਂ ਦੇ ਫੁੱਲ ਬਹੁ ਗਿਣਤੀ ਵਿੱਚ ਫਲ ਲੱਗੇ ਹੋਏ ਹਨ, ਭਾਵ ਕੁਦਰਤੀ ਵਾਤਾਵਰਣ ਬੜਾ ਹੀ ਸੁਹਾਵਣਾ ਹੈ। ਇਹ ਸਾਰਾ ਕੁਝ ਵੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਦੀ ਸੰਸਾਰ ਉੱਪਰ ਨਜ਼ਰ ਮਿਹਰ ਵਾਲੀ ਹੋਵੇ, ਭਾਵ ਪਰਮਾਤਮਾ ਵੀ ਖੁਸ਼ ਹੋ ਕੇ ਇਸ ਧਰਤੀ ਉੱਪਰ ਕਿਰਪਾ ਕਰ ਰਿਹਾ ਹੋਵੇ। ਇਸ ਲਈ ਹੇ ਮੇਰੀ ਪ੍ਰੇਮੀਏ, ਭਾਵ ਆਪਣੀ ਪਤਨੀ ਨੂੰ ਕਵੀ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਮੇਰੀਏ ਪ੍ਰੇਮੀਏ, ਅਸੀਂ ਵੀ ਆਨੰਦ ਮਾਣਨ ਲਈ ਮੇਲੇ ਵੱਲ ਦਾ ਰੁਖ ਕਰੀਏ, ਭਾਵ ਵਿਸਾਖੀ ਦਾ ਮੇਲਾ ਵੇਖਣ ਲਈ ਚਲੀਏ। ਹੁਣ ਅਗਲੇ ਕਾਵ ਟੋਟੇ ਵਿੱਚ ਕਵੀ ਮੇਲੇ ਦਾ ਦ੍ਰਿਸ਼ ਵਰਣਨ ਕਰਦਾ ਹੈ। ਦੂਰੋਂ ਦੂਰੋਂ ਥਾਂੋਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ। ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਹੱਟੀਆਂ ਹਜ਼ਾਰਾਂ ਹਲਵਾਈਆਂ ਆਈਆਂ, ਸੈਂਕੜੇ ਸੁਗਾਤਾਂ ਨਾਲੇ ਹੋਰ ਹੋਈਆਂ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਹੁਣ ਇਹਨਾਂ ਸਤਰਾਂ ਵਿੱਚ ਕਵੀ ਉਸ ਮੇਲੇ ਦਾ ਦ੍ਰਿਸ਼ ਬਿਆਨ ਕਰਦਾ ਹੈ ਕਿ ਇਸ ਮੇਲੇ ਵਿੱਚ ਕੌਣ-ਕੌਣ ਆਇਆ ਹੋਇਆ ਹੈ। ਦੂਰ ਦੂਰ ਥਾਂੋਂ ਵਣਜਾਰੇ, ਵਣਜਾਰੇ ਦਾ ਭਾਵ ਵਪਾਰੀ ਜਿਹੜਾ ਆਪਣੇ ਕੁੰਜਾਂ, ਫੀਤੇ ਅਤੇ ਗਜਰੇ ਆਪਣੇ ਸਮਾਨ ਵੇਚਣ ਦੇ ਲਈ ਦੂਰ ਦੂਰ ਤੋਂ ਵਪਾਰੀ ਲੋਕ ਆਏ ਹਨ। ਸੋ ਆਓ ਇਹਨਾਂ ਦੀ ਵਿਆਖਿਆ ਕਰੀਏ। ਇਸ ਕਾਵ ਟੋਟੇ ਵਿੱਚ ਕਵੀ ਮੇਲੇ ਵਿੱਚ ਲੱਗੇ ਬਾਜ਼ਾਰਾਂ ਅਤੇ ਖਰੀਦਦਾਰਾਂ ਦਾ ਚਿੱਤਰਣ ਕਰਦਾ ਹੋਇਆ ਲਿਖਦਾ ਹੈ ਕਿ ਮੇਲੇ ਵਿੱਚ ਵਪਾਰੀ ਆਪਣੀਆਂ ਚੀਜ਼ਾਂ ਵੇਚਣ ਲਈ ਦੂਰ ਦਰਾਡਿਓਂ ਥਾਵਾਂ ਤੋਂ ਆਏ ਹਨ। ਉਹ ਆਪਣੇ ਨਾਲ ਵੇਚਣ ਲਈ ਸੁੰਦਰ ਸੁੰਦਰ ਲੇਸਾਂ ਅਤੇ ਕੱਪੜੇ ਤੇ ਲਾਉਣ ਵਾਲੇ ਬਾਰਡਰ ਭਾਵ ਰਿਬਨ ਵੀ ਲਿਆਏ ਹਨ। ਦੁਕਾਨਦਾਰਾਂ ਕੋਲ ਵੇਚਣ ਲਈ ਵੰਗਾਂ, ਗਜਰੇ ਅਤੇ ਬਹੁ ਗਿਣਤੀ ਵਿੱਚ ਸਮਾਨ ਹੈ। ਖਰੀਦਦਾਰ ਮੁਟਿਆਰਾਂ ਆਪਣੀ ਮਰਜ਼ੀ ਦੇ ਨਾਲ ਸਮਾਨ ਖਰੀਦ ਸਕਦੀਆਂ ਹਨ। ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ, ਭਾਵ ਝੂਠੇ ਗਹਿਣੇ, ਝੂਠੇ ਭਾਵ ਆਰਟੀਫਿਸ਼ਲ, ਜਿਹੜੇ ਕਿ ਆਰਟੀਫਿਸ਼ਲ ਗਹਿਣੇ ਹੁੰਦੇ ਆ, ਉਹਨਾਂ ਗਹਿਣਿਆਂ ਦੀ ਇਹ ਮੰਡੀ ਇਸ ਮੇਲੇ ਵਿੱਚ ਲੱਗੀ ਹੋਈ ਹੈ ਕਿ ਮੁਟਿਆਰਾਂ ਆਪਣੀ ਮਰਜ਼ੀ ਅਨੁਸਾਰ ਵੰਗਾਂ, ਗਜਰੇ ਖਰੀਦ ਸਕਦੀਆਂ ਹਨ। ਇਸੇ ਤਰ੍ਹਾਂ ਦੁਕਾਨ ਉੱਤੇ ਨਕਲੀ ਗਹਿਣੇ ਵੀ ਖੂਬ ਵਿਕ ਰਹੇ ਹਨ। ਇੰਜ ਲੱਗਦਾ ਹੈ ਕਿ ਜਿਵੇਂ ਦੁਕਾਨਦਾਰਾਂ ਨੇ ਨਕਲੀ ਗਹਿਣਿਆਂ ਦੀ ਮੰਡੀ ਲਾਈ ਹੋਵੇ। ਹੱਟੀਆਂ ਹਜ਼ਾਰਾਂ ਹਲਵਾਈਆਂ ਆਈਆਂ। ਅੱਗੋਂ ਹੁਣ ਕਵੀ ਵਿਸਾਖੀ ਦੇ ਮੇਲੇ ਦਾ ਬਿਆਨ ਕਰਦਾ ਜਾਰੀ ਰੱਖਦਾ ਹੋਇਆ ਦੱਸਦਾ ਹੈ ਕਿ ਇਸੇ ਤਰ੍ਹਾਂ ਅਣਗਿਣਤ ਹਲਵਾਈਆਂ ਨੇ ਮਠਿਆਈਆਂ ਦੀਆਂ ਦੁਕਾਨਾਂ ਸਜਾਈਆਂ ਹੋਈਆਂ ਹਨ। ਬਾਜ਼ਾਰ ਵਿੱਚ ਸੈਂਕੜੇ ਹੀ ਹੋਰ ਵਧੀਆ ਵਧੀਆ ਇੱਕ ਦੂਜੇ ਨੂੰ ਤੋਹਫੇ ਦੇਣ ਵਜੋਂ ਦੇਣ ਵਾਲੀਆਂ ਚੀਜ਼ਾਂ ਵੀ ਵਿਕਣ ਲਈ ਆਈਆਂ ਹੋਈਆਂ ਹਨ। ਸੈਂਕੜੇ ਸੁਗਾਤਾਂ ਨਾਲੇ ਹੋਰ ਹੋਈਆਂ, ਭਾਵ ਸੈਂਕੜੇ ਕਿਸਮਾਂ ਦੀਆਂ, 100 ਕਿਸਮਾਂ ਦੀਆਂ, ਹਜ਼ਾਰਾਂ ਕਿਸਮਾਂ ਦੀਆਂ ਸੁਗਾਤਾਂ ਜਿਹੜੀਆਂ ਅਸੀਂ ਇੱਕ ਦੂਜੇ ਨੂੰ ਦੇ ਸਕਦੇ ਹਾਂ, ਉਹ ਖਰੀਦਣ ਲਈ ਗਾਹਕਾਂ ਦੀ ਭੀੜ ਲੱਗੀ ਹੋਈ ਹੈ ਤੇ ਜਿਹੜੇ ਵਪਾਰੀ ਲੋਕ ਹੈ ਉਹਨਾਂ ਸਮਾਨਾਂ ਨੂੰ ਵੇਚਣ ਦੇ ਲਈ ਆਏ ਹੋਏ ਹਨ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਹੁਣ ਉਹਨਾਂ ਦੁਕਾਨਾਂ ਤੇ ਜਿੱਥੇ ਝੂਠੇ ਗਹਿਣਿਆਂ ਦੀ ਮੰਡੀ ਲੱਗੀ ਹੋਈ ਹੈ ਤੇ ਜਿੱਥੇ ਹਲਵਾਈਆਂ ਵੱਲੋਂ ਤਿਆਰ ਕੀਤੀਆਂ ਹੋਈਆਂ ਸਮਾਨ ਜਿਹੜਾ ਵਿਕ ਰਿਹਾ ਹੈ, ਉੱਥੇ ਬਹੁ ਗਿਣਤੀ ਵਿੱਚ ਗਾਹਕ ਦਿਖਾਈ ਦੇ ਰਹੇ ਹਨ। ਅਤੇ ਅੰਤਲੀਆਂ ਸਤਰਾਂ ਵਿੱਚ ਕਵੀ ਕਹਿੰਦਾ ਹੈ, ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਹੇ ਮੇਰੀਏ ਪ੍ਰੇਮੀਏ, ਅਸੀਂ ਵੀ ਵਿਸਾਖੀ ਦਾ ਮੇਲਾ ਦੇਖਣ ਲਈ ਚਲੀਏ ਅਤੇ ਮੇਲੇ ਦਾ ਆਨੰਦ ਮਾਣੀਏ। ਕਵਿਤਾ ਦੇ ਇਸ ਤੀਜੇ ਕਾਵ ਭਾਗ ਵਿੱਚ, ਕਾਵ ਅੰਸ਼ ਵਿੱਚ ਕਵੀ ਦੱਸਦਾ ਹੈ, ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇ,
जोगियां मदारियां तमाशे लाए ने, वंजली लगोंजा काटो तूंबा वजदे, छिंज विच सूरे पहलवान गजदे, कट्ठा होके आया रौला सारे जग दा, भीड़ विच मोढे नाल मोढा वजदा, कोहां विच मेले ने जमीन मल्लीए, चल नी प्रेमीए विसाखी चलीए। हुण फिर मेले का चित्रण दृश चित्रण पेश करता होया कवि लिखता है कि मनोरंजन करन दे लई मेले विच अपने करतब दिखाउण वाले लोकां दा भी बहुत ज़्यादा रश भाव भीड़ लगी हुई है। मेले विच थां थां मनोरंजन करन लई खेडां अते झूटण लई पंगूड़े भी हन। किधरे सप दे करतब विखा रहे जोगी हन अते मदारी भी अपने तमाशे दिखा रहा है। किसी पास्यों बंसरी अलगोजे अते तूंबा वजन दीयां आवाज़ां आ रही हैं। कई लोग अपने हत्थां विच लाइयां लाठियां ते काटो चला रहे हैं, उसनूं नचा रहे हैं। इस तरह एक पासे पहलवान जोश विच गरजदे भी सुनाई दे रहे हैं। इस तरह लगता है कि जिवें सारे संसार दा रोला शोर इस एक थां ते आके इकट्ठा हो गया होवे। लोकां दी भीड़ इन्नी वध गई है कि एक दूजे नाल मोढा वज रहा है। भाव मेले विच बहुत भीड़ है अते विचों गुजरन दी थां बहुत ही घट है। बंदे नाल बंदा खै के टुर रहा है। इन्ना वड्डा मेला है कि मेले विच किन्ने ही लोग इकट्ठे हुए हैं अते ये मेला कितनी ही मीलों तक इसने जमीन मल रखी है। भाव ये मेला कई सारे मीलों तक फैलिया होया है। अंतली सतरां विच फिर कवि अपनी प्रेमिका नूं आवाज़ां मारदा होया कहंदा है कि चल नी प्रेमीए विसाखी चलीए, कि आओ आपां भी मेले वालों चलीए अते मेले दा आनंद माणीए। अगला लास्ट पैरे विच इसे विसाखी दे मेले कविता दा आखिरी पैरा उस कावबंद विच कवि की लिखदा है। बाल बुढ़े गबरू मेले च आए ने, टुंब टुंब रीझां ने सारे जगाए ने, भांतों भांत दिल भांतों भांत माल ने, टोल रहे अपने अपना ख्याल ने, मेले दी बहार ए तिकालां तीक ए, सौदा लै विहाज जिदी जो तफीक ए, पलो पल्ली विच होनी चलो चलीए, चल नी प्रेमीए विसाखी चलीए। आओ इन्हां सतरां दी व्याख्या करिए। इन्हां सतरां विच कवि मेले विच आए हुए लोकां बारे जानकारी दिंदा है कि मेले विच किस तरह दे किस वर्ग दे लोग आए हुए हैं। कवि जानकारी दिंदा होया लिखदा है कि मेला वेखण लई बच्चे बुढ़े नौजवान हर कोई इस मेले विच पुज्या होया है। जापदा है उन्हां नूं मेला वेखण दीयां रीझां ने टुंब टुंब के जगाया होया है। भाव वो अपने अंदरलियां रीझां नूं टुंब टुंब के जगा के इस मेले नूं वेखण लई अपनी खुशी प्रगट करन दे लई आए हुए हैं। जिवें मेले विच इकट्ठे होए लोकां दे दिल ਵੱਖ-ਵੱਖ ਹਨ, ਉਸੇ ਤਰ੍ਹਾਂ ਉੱਥੇ ਵਿਕ ਰਿਹਾ ਸਮਾਨ ਵੀ ਵੱਖ-ਵੱਖ ਤਰ੍ਹਾਂ ਦਾ ਹੈ ਅਤੇ ਹਰ ਕੋਈ ਆਪਣੀ ਆਪਣੀ ਪਸੰਦ ਦਾ ਸਮਾਨ ਖਰੀਦ ਰਿਹਾ ਹੈ। ਭਾਵ ਇੱਕ ਬਜ਼ੁਰਗ ਹੈ, ਉਸਦੀ ਆਪਣੀ ਜਿਹੜਾ ਸਮਾਨ ਖਰੀਦਣਾ ਹੈ ਉਸਦੀ ਅਲੱਗ ਕੋਈ ਜ਼ਰੂਰਤ ਹੋਏਗੀ। ਇਸੇ ਤਰ੍ਹਾਂ ਬੱਚਾ ਜਿਹੜਾ ਉਹ ਖਿਡੌਣਾ ਜਾਂ ਕੋਈ ਹੋਰ ਚੀਜ਼ ਲੈ ਕੇ ਜਿਸ ਨਾਲ ਉਹ ਉਸਦਾ ਮਨ ਪਰਚਾਵਾ ਹੋ ਜੇ, ਆਪਣੇ ਆਪਣੇ ਹਿਸਾਬ ਅਨੁਸਾਰ ਵੱਖ-ਵੱਖ ਸਮਾਨ ਜਿਸ ਤਰ੍ਹਾਂ ਵਿਕ ਰਿਹਾ ਹੈ ਉਸੇ ਤਰ੍ਹਾਂ ਆਪੋ ਆਪਣੀ ਪਸੰਦ ਅਨੁਸਾਰ ਸਮਾਨ ਖਰੀਦ ਰਹੇ ਹਨ। कवि दसदा है कि यह मेला सिर्फ शाम तक ही रहेगा। भाव इस मेले की रौनक शाम तक ही रहेगी अते लोग अपनी अपनी समर्था अपने अपने शौक अते अपनी अपनी हैसियत अनुसार चीज़ों की खरीदो फरोख्त कर रहे हैं। भाव जो जो किसी को चाहिए अपने अपने शौक अनुसार वो खरीद रहे हैं। शाम तक ये मेला जिहड़ा खत्म हो जाना है। जिवें ही सूरज छिपन लगेगा पलां विच ही लोग अपने अपने घरां नूं जाण दी काली करन लग पैणगे। इसलिए वो कवि अपनी प्रेमिका भाव अपनी पत्नी नूं कहंदा है कि हे प्रेमीए आ असीं भी मेला देखण लई चलीए तां जो मेला खत्म होण तों पहलां असीं भी उस मेले दा आनंद माण आईए। अखीरलियां सतरां विच कवि अपनी प्रेमी अपनी भाव पत्नी नूं कहंदा है कि हे प्रेमीए आओ असीं भी मेला देखण चलीए अते मेले दा आनंद माणीए। धन्यवाद।